ਅੱਜ ਆਓ ਅਸੀਂ ਸੱਚਾਈ ਜੋ ਸਾਨੂੰ ਪਾਪ ਤੋਂ ਮੁਕਤ ਕਰਦੀ ਹੈ, ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਆਓ ਅਸੀਂ ਰੋਮੀਆਂ ਅਧਿਆਇ 8 ਵਚਨ 1 ਦੇਖੀਏ। ਸੋ ਹੁਣ ਉਹਨਾਂ ਨਾਲ ਜਿਹੜੇ ਮਸੀਹ ਯੀਸ਼ੂ ਵਿੱਚ ਹਨ, ਸਜ਼ਾ ਦਾ ਹੁਕਮ ਨਹੀਂ ਹੈ, ਕਿਉਂਕਿ ਉਹ ਜੀਵਨ ਦੇ ਅਨੁਸਾਰ ਨਹੀਂ ਪਰ ਆਤਮਾ ਦੇ ਅਨੁਸਾਰ ਚੱਲਦੇ ਹਨ। ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰ੍ਹਾ ਨੇ ਮਸੀਹ ਯੀਸ਼ੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰ੍ਹਾ ਤੋਂ ਛੁਡਾ ਦਿੱਤਾ। ਜਦੋਂ ਕੋਈ ਮਨੁੱਖ ਪਾਪ ਅਤੇ ਮੌਤ ਤੋਂ ਮੁਕਤ ਹੋ ਜਾਂਦਾ ਹੈ, ਤਦ ਉਹ ਪਲ ਕਿੰਨੀ ਖੁਸ਼ੀ ਵਾਲਾ ਹੋਵੇਗਾ। 15 ਅਗਸਤ ਕੋਰੀਆ ਦਾ ਰਾਸ਼ਟਰੀ ਸੁਤੰਤਰਤਾ ਦਿਵਸ ਹੈ। ਬਹੁਤ ਸਾਰੇ ਦਸਤਾਵੇਜ਼ ਫਿਲਮਾਂ ਦੁਆਰਾ ਆਜ਼ਾਦੀ ਦੇ ਪਲ ਅਕਸਰ ਪ੍ਰਸਾਰਿਤ ਕੀਤੇ ਜਾਂਦੇ ਹਨ। ਉਸ ਦਿਨ ਸਾਰੇ ਆਪਣੀਆਂ ਬਾਹਾਂ ਨੂੰ ਹਵਾ ਵਿੱਚ ਉਠਾਉਂਦੇ ਹੋਏ ਚਿল্ਲਾਏ, ਕੋਰੀਆ ਦੀ ਆਜ਼ਾਦੀ ਲਈ ਹੁਰਰੇ। ਬਜ਼ੁਰਗ, ਬੱਚੇ, ਵਿਦਿਆਰਥੀ, ਬਾਲਗ ਅਤੇ ਨੌਜਵਾਨ ਬਾਲਗ ਸਾਰੇ ਖੁਸ਼ੀ ਨਾਲ ਬੇਸੁੱਧ ਹੋ ਗਏ ਸੀ। ਰੋਮੀਆਂ ਅਧਿਆਇ 8 ਕਹਿੰਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਪਾਪ ਅਤੇ ਮੌਤ ਦੇ ਅਧਿਕਾਰ ਤੋਂ ਮੁਕਤ ਕਰ ਦਿੱਤਾ। ਇਹ ਬਿਲਕੁਲ ਵੀ ਆਸਾਨ ਪ੍ਰਕਿਰਿਆ ਨਹੀਂ ਸੀ। ਜਿਸ ਤਰ੍ਹਾਂ 15 ਅਗਸਤ ਨੂੰ ਕੋਰੀਆ ਦੀ ਆਜ਼ਾਦੀ ਕਿਸੇ ਤਰੀਕੇ ਨਾਲ ਵੀ ਇੱਕ ਸੌਖੀ ਪ੍ਰਕਿਰਿਆ ਨਹੀਂ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਸਾਡੀ ਆਤਮਿਕ ਆਜ਼ਾਦੀ ਦੀ ਪ੍ਰਕਿਰਿਆ ਸੌਖੀ ਹੋ ਸਕਦੀ ਹੈ? ਇਸ ਪ੍ਰਕਿਰਿਆ ਵਿੱਚ ਸਲੀਬ ਉਤੇ ਸਾਡੇ ਸਵਰਗੀ ਪਿਤਾ ਦੀ ਕੁਰਬਾਨੀ ਸ਼ਾਮਿਲ ਸੀ। ਗਤਸਮਨੀ ਵਿੱਚ ਦੁੱਖ ਨਾਲ ਪ੍ਰਾਰਥਨਾ ਕਰਦੇ ਹੋਏ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂ ਡਿੱਗ ਪਿਆ। ਉਹਨਾਂ ਦੇ ਆਪਣੇ ਹੀ ਜੀਵਾਂ ਦੁਆਰਾ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਉਹਨਾਂ ਨੂੰ ਕੋੜੇ ਮਾਰੇ ਗਏ। ਉਹਨਾਂ ਨੇ ਬਹੁਤ ਦੁੱਖ ਅਤੇ ਅਪਮਾਨ ਸਹੇ। ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਨੇ ਇਹ ਸਭ ਉਸ ਸਮੇਂ ਦੇ ਇੰਤਜ਼ਾਰ ਵਿੱਚ ਸਹਿਨ ਕੀਤਾ ਹੈ ਜਦੋਂ ਉਹਨਾਂ ਦੀਆਂ ਸਾਰੀਆਂ ਸੰਤਾਨਾਂ ਪਾਪ ਤੋਂ ਮੁਕਤ ਹੋਣਗੀਆਂ। ਅੱਜ ਸੱਚਾਈ ਜੋ ਸਾਨੂੰ ਪਾਪ ਤੋਂ ਮੁਕਤ ਕਰਦੀ ਹੈ, ਇਸ ਵਿਸ਼ੇ ਦੇ ਦੁਆਰਾ ਸਾਨੂੰ ਬਿਨਾਂ ਕਿਸੇ ਭਾਵਨਾ ਦੇ ਇਹਨਾਂ ਸ਼ਬਦਾਂ ਨੂੰ, ਮੈਂ ਤੁਹਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਦਾ ਹਾਂ, ਹਲਕੇ 'ਚ ਨਹੀਂ ਲੈਣਾ ਚਾਹੀਦਾ। ਜਦੋਂ ਤੱਕ ਉਹਨਾਂ ਨੇ ਆਪਣੀ ਮੁਕਤੀ ਪ੍ਰਾਪਤ ਨਹੀਂ ਕੀਤੀ, ਉਦੋਂ ਤੱਕ ਕਿੰਨੇ ਕੋਰੀਆ ਦੇ ਦੇਸ਼ ਭਗਤਾਂ ਨੇ ਆਪਣੇ ਦੇਸ਼ ਲਈ ਆਪਣਾ ਜੀਵਨ ਤਿਆਗ ਦਿੱਤਾ। ਜਦੋਂ ਅਸੀਂ ਸਰੀਰਕ ਤੌਰ ਤੇ ਸੁਤੰਤਰ ਹੋਣ ਲਈ ਅਣਗਿਣਤ ਲੋਕਾਂ ਦੀਆਂ ਕੁਰਬਾਨੀਆਂ, ਕੋਸ਼ਿਸ਼ਾਂ ਅਤੇ ਪਸੀਨੇ ਦੇ ਬਾਰੇ ਸੋਚਦੇ ਹਾਂ, ਤਾਂ ਸਾਨੂੰ ਆਪਣੀ ਆਤਮਿਕ ਮੁਕਤੀ ਲਈ ਕਿੰਨੀ ਮਿਹਨਤ ਕਰਨੀ ਚਾਹੀਦੀ ਹੈ। ਜਿਹੜੇ ਲੋਕ ਆਤਮਿਕ ਮੁਕਤੀ ਵਿੱਚ ਹਿੱਸਾ ਲੈਂਦੇ ਹਨ, ਕਿ ਉਹਨਾਂ ਲਈ ਹੋਰ ਵੀ ਵੱਡੀਆਂ ਅਤੇ ਹੈਰਾਨੀਜਨਕ ਕਹਾਣੀਆਂ ਨਹੀਂ ਲਿਖੀਆਂ ਜਾਣਗੀਆਂ? ਸਿਯੋਨ ਵਿੱਚ ਕੁਝ ਮੈਂਬਰਾਂ ਦਾ ਕਹਿਣਾ ਹੈ, ਜੇ ਇਹਨਾਂ ਕਹਾਣੀਆਂ ਬਾਰੇ ਹੋਰ ਗੱਲਾਂ ਬਾਈਬਲ ਵਿੱਚ ਲਿਖੀਆਂ ਜਾਂਦੀਆਂ ਤਾਂ ਸਾਨੂੰ ਆਪਣੇ ਪਿਤਾ ਅਤੇ ਮਾਤਾ ਜੀ ਦੇ ਪਿਆਰ ਦੀ ਬਿਹਤਰ ਸਮਝ ਹੋਣੀ ਸੀ। ਜਦੋਂ ਅਸੀਂ ਇਸ ਧਰਤੀ ਨੂੰ ਪਰਛਾਵੇਂ ਵਾਂਗ ਵੇਖਦੇ ਹਾਂ, ਤਾਂ ਅਸੀਂ ਸਿਰਫ ਕਲਪਨਾ ਕਰ ਸਕਦੇ ਹਾਂ ਕਿ ਸਾਡੇ ਪਿਤਾ ਅਤੇ ਮਾਤਾ ਜੀ ਨੇ ਆਤਮਿਕ ਸੰਸਾਰ ਵਿੱਚ ਲਗਾਤਾਰ ਕਿੰਨੇ ਦੁੱਖ ਅਤੇ ਤਕਲੀਫਾਂ ਸਹੀਆਂ, ਭਾਵੇਂ ਅਸੀਂ ਇਸ ਨੂੰ ਨਹੀਂ ਦੇਖ ਸਕਦੇ। ਜਦੋਂ ਪਰਮੇਸ਼ਵਰ ਨੇ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕੀਤਾ, ਤਾਂ ਇਹ ਉਹਨਾਂ ਦੀ ਮਹਾਨ ਕੁਰਬਾਨੀ, ਦੁੱਖ, ਪੀੜਾ ਅਤੇ ਦਰਦ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਸੀ। ਆਓ ਅਸੀਂ ਇੱਕ ਵਾਰ ਫਿਰ ਇਸ ਤੇ ਵਿਚਾਰ ਕਰੀਏ ਕਿ ਪਰਮੇਸ਼ਵਰ ਨੇ ਸਾਡੇ ਲਈ ਕੀ ਕੀਤਾ ਹੈ। ਸਾਨੂੰ ਇਸ ਸੱਚਾਈ ਨੂੰ ਫੜੀ ਰੱਖਣਾ ਚਾਹੀਦਾ ਹੈ, ਜਿਸ ਦੇ ਦੁਆਰਾ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਪਾਪ ਤੋਂ ਮੁਕਤ ਕੀਤਾ ਹੈ ਅਤੇ ਅੰਤ ਤੱਕ ਸਦੀਪਕ ਸਵਰਗ ਦੇ ਰਾਜ ਵੱਲ ਦੌੜਨਾ ਚਾਹੀਦਾ ਹੈ। ਫਿਰ ਰੋਮੀਆਂ ਅਧਿਆਇ 8 ਦਾ ਅਰਥ ਕੀ ਹੈ? ਜੀਵਨ ਦੀ ਆਤਮਾ ਦੀ ਵਿਵਸਥਾ ਕੀ ਹੈ ਅਤੇ ਸ਼ਬਦ ਮੈਨੂੰ ਪਾਪ ਦੀ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰ ਦਿੱਤਾ ਦਾ ਕੀ ਅਰਥ ਹੈ? ਉਹਨਾਂ ਦੇ ਅਰਥ ਲੱਭਣ ਲਈ ਆਓ ਅਸੀਂ ਯਹੂਨਾ ਅਧਿਆਇ 6 ਤੇ ਚਲੀਏ। ਯਹੂਨਾ ਅਧਿਆਇ 6 ਵਚਨ 53। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ, ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਧੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ।
ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ। ਪਰਮੇਸ਼ਵਰ ਨੇ ਕਿਹਾ, ਮੈਂ ਤੁਹਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰ ਦਿੱਤਾ। ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਨ ਲਈ ਪਰਮੇਸ਼ਵਰ ਨੇ ਸਾਨੂੰ ਆਪਣਾ ਮਾਸ ਅਤੇ ਲਹੂ ਦਿੱਤਾ। ਸਿਰਫ ਉਹ ਜਿਹੜੇ ਉਹਨਾਂ ਦਾ ਮਾਸ ਖਾਂਦੇ ਅਤੇ ਉਹਨਾਂ ਦਾ ਲਹੂ ਪੀਂਦੇ ਹਨ, ਉਹਨਾਂ ਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕੀਤਾ ਜਾ ਸਕਦਾ ਹੈ। ਇਹ ਪਰਮੇਸ਼ਵਰ ਦਾ ਨੇਮ ਹੈ। ਕੁਝ ਲੋਕ ਸੋਚਦੇ ਹਨ ਕਿ ਬਿਨਾਂ ਕਿਸੇ ਕੁਰਬਾਨੀ ਦੇ ਸਿਰਫ ਚਰਚ ਜਾ ਕੇ ਪ੍ਰਾਰਥਨਾ ਕਰਨ ਨਾਲ ਪਾਪਾਂ ਤੋਂ ਮੁਕਤ ਹੋ ਸਕਦੇ ਹਾਂ। ਕੁਝ ਲੋਕ ਇਹ ਵੀ ਸੋਚ ਸਕਦੇ ਹਨ ਕਿ ਸਭ ਕੁਝ ਬਸ ਇੰਨੀ ਆਸਾਨੀ ਨਾਲ ਬਿਨਾਂ ਕਿਸੇ ਕੁਰਬਾਨੀ ਦੇ ਕੀਤਾ ਗਿਆ ਸੀ। ਕਿ ਜਾਪਾਨੀ ਬਸਤੀਵਾਦੀ ਨਿਯਮ ਦੇ ਤਹਿਤ ਕੋਰੀਅਨ ਲੋਕਾਂ ਨੂੰ ਇੱਕ ਲੰਬੇ ਸਮੇਂ ਤੱਕ ਦਰਦ ਅਤੇ ਤਸੀਹੇ ਚੱਲਣੇ ਨਹੀਂ ਪਏ। ਆਪਣੇ ਦੇਸ਼ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਕੋਲ ਕੋਈ ਸੁਪਰੀਮ ਅਥਾਰਟੀ ਨਹੀਂ ਸੀ। ਇਸ ਦੇ ਬਜਾਏ ਜਾਪਾਨੀ ਸਾਮਰਾਜ ਦੁਆਰਾ ਉਹਨਾਂ ਨਾਲ ਬੇਇਨਸਾਫੀ ਕੀਤੀ ਗਈ। ਮੇਰਾ ਮੰਨਣਾ ਹੈ ਕਿ ਤੁਸੀਂ ਉਸ ਸਮੇਂ ਦੇ ਬਾਰੇ ਵੱਖ-ਵੱਖ ਦਸਤਾਵੇਜ਼ਾਂ, ਕਿਤਾਬਾਂ ਅਤੇ ਸੰਬੰਧਿਤ ਟੀਵੀ ਪ੍ਰੋਗਰਾਮਾਂ ਰਾਹੀਂ ਕੋਰੀਆ ਦੇ ਲੋਕਾਂ ਦੀਆਂ ਕਹਾਣੀਆਂ ਨੂੰ ਸੁਣਿਆ ਹੋਵੇਗਾ ਜੋ ਉਹਨਾਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਿੱਚੋਂ ਲੰਘੇ ਸੀ। ਇਸ ਤਰ੍ਹਾਂ ਦੇ ਦੁੱਖਾਂ ਨੂੰ ਸਹਿਣ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਸ਼ਬਦ ਸੁਣਿਆ ਕਿ ਉਹ ਮੁਕਤ ਹੋਏ ਹਨ, ਫਿਰ ਉਹ ਕਿੰਨੇ ਆਨੰਦਮਈ ਹੋਏ ਹੋਣਗੇ। ਜਾਪਾਨੀ ਬਸਤੀਵਾਦੀ ਨਿਯਮ ਦੇ ਅਧੀਨ ਉਹ ਲੋਕ ਜਿਨ੍ਹਾਂ ਨੇ ਜੀ ਭਰ ਕੇ ਖਾਧਾ ਅਤੇ ਆਰਾਮ ਨਾਲ ਰਹਿੰਦੇ ਸੀ, ਉਹ ਰਾਸ਼ਟਰ ਦੀ ਆਜ਼ਾਦੀ ਤੋਂ ਖੁਸ਼ ਨਹੀਂ ਸੀ। ਉਹਨਾਂ ਨੇ ਬਸ ਸੋਚਿਆ, ਅਸੀਂ ਹੁਣ ਆਜ਼ਾਦ ਹੋ ਗਏ ਹਾਂ, ਸਾਡੀ ਗੁਆਚੀ ਹੋਈ ਸੁਪਰੀਮ ਅਥਾਰਟੀ ਹੁਣ ਬਹਾਲ ਹੋ ਗਈ ਹੈ। ਪਰ ਉਹ ਲੋਕ ਜਿਨ੍ਹਾਂ ਨੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੂੰ ਸਹਿਣ ਕੀਤਾ ਸੀ, ਹੋਰ ਜ਼ਿਆਦਾ ਦੁੱਖਾਂ ਤੋਂ ਲੰਘਣਾ ਪਿਆ। ਉਹ ਆਪਣੀ ਆਜ਼ਾਦੀ ਦੇ ਸ਼ਬਦ ਤੋਂ ਬਹੁਤ ਪ੍ਰਭਾਵਿਤ ਹੋ ਗਏ। ਯਹੋਨਾ ਅਧਿਆਇ 6 ਵਿੱਚ ਵੀ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਆਜ਼ਾਦ ਕਰਨ ਲਈ ਪਰਮੇਸ਼ਵਰ ਨੇ ਆਪਣੇ ਪਵਿੱਤਰ ਸਰੀਰ ਨੂੰ ਤਿਆਗਣ ਤੋਂ ਸੰਕੋਚ ਨਹੀਂ ਕੀਤਾ ਅਤੇ ਆਪਣੀਆਂ ਸੰਤਾਨਾਂ ਲਈ ਆਪਣਾ ਕੀਮਤੀ ਲਹੂ ਵਹਾਇਆ। ਪਿਤਾ ਅਤੇ ਮਾਤਾ ਜੀ ਦੀ ਸਦੀਪਕ ਕਿਰਪਾ ਨਾਲ ਤੁਸੀਂ ਅਤੇ ਮੈਂ ਆਜ਼ਾਦ ਹੋ ਸਕੇ ਅਤੇ ਸ਼ੈਤਾਨ ਦੀਆਂ ਜੰਜੀਰਾਂ ਤੋੜੀਆਂ ਗਈਆਂ। ਇਸ ਤੋਂ ਪਹਿਲਾਂ ਸਵਰਗ ਦਾ ਰਾਜ ਸਾਡੇ ਜੀਵਨ ਦਾ ਹਿੱਸਾ ਨਹੀਂ ਸੀ। ਸੱਚਾਈ ਜਾਣਨ ਤੋਂ ਪਹਿਲਾਂ ਅਸੀਂ ਮੰਨਦੇ ਸੀ ਕਿ ਜਿਵੇਂ ਜਿਵੇਂ ਸਾਡੀ ਉਮਰ ਵਧੇਗੀ ਉਸੇ ਤਰ੍ਹਾਂ ਧਰਤੀ ਉੱਤੇ ਸਾਡਾ ਜੀਵਨ ਨਾਸ਼ ਹੋ ਜਾਵੇਗਾ। ਅਸੀਂ ਸਿਰਫ ਅਲੋਪ ਨਹੀਂ ਹੁੰਦੇ, ਪਰ ਸਾਡਾ ਜੀਵਨ ਸਦੀਪਕ ਨਰਕ ਵਿੱਚ ਜਾਰੀ ਰਹਿੰਦਾ ਹੈ। ਹੁਣ ਜਦੋਂ ਅਸੀਂ ਪਰਮੇਸ਼ਰ ਕੋਲ ਗਏ ਹਾਂ ਤਾਂ ਸਦੀਪਕ ਸਵਰਗ ਦਾ ਰਾਜ ਸਾਡੇ ਲਈ ਖੋਲ ਦਿੱਤੇ ਗਏ ਹਨ। ਜਿਵੇਂ ਤੁਸੀਂ ਪਿਛਲੇ ਵਚਨ ਵਿੱਚ ਦੇਖਿਆ ਸੀ, ਉਹਨਾਂ ਨੇ ਕਿਹਾ, ਮਨੁੱਖ ਦੇ ਪੁੱਤਰ ਦਾ ਮਾਂਸ ਖਾਓ ਅਤੇ ਉਸ ਦਾ ਲਹੂ ਪੀਓ ਅਤੇ ਤੁਹਾਡੇ ਕੋਲ ਸਦੀਪਕ ਜੀਵਨ ਹੋਵੇਗਾ। ਜਦ ਤੱਕ ਤੁਸੀਂ ਉਹਨਾਂ ਦਾ ਮਾਂਸ ਨਹੀਂ ਖਾਂਦੇ ਅਤੇ ਉਹਨਾਂ ਦਾ ਲਹੂ ਨਾ ਪੀਂਦੇ, ਤੁਹਾਡੇ ਵਿੱਚ ਜੀਵਨ ਨਹੀਂ ਹੈ। ਤੁਸੀਂ ਮੌਤ ਦੀਆਂ ਜੰਜੀਰਾਂ ਤੋਂ ਆਜ਼ਾਦ ਨਹੀਂ ਹੋ ਸਕੋਗੇ। ਬਾਈਬਲ ਦੀਆਂ 66 ਕਿਤਾਬਾਂ ਵਿੱਚ ਸਭ ਤੋਂ ਖੂਬਸੂਰਤ ਅਤੇ ਧਨ ਨੇਮ ਯਹੋਨਾ ਦੇ 6 ਵਿੱਚ ਦਿੱਤਾ ਗਿਆ ਹੈ। ਲੂਕਾ ਦੀ ਅੰਜੀਲ ਵਿੱਚ ਯੀਸ਼ੂ ਨੇ ਆਪਣੇ ਲੋਕਾਂ ਨਾਲ ਇੱਕ ਨੇਮ ਸਥਾਪਿਤ ਕੀਤਾ ਅਤੇ ਇਸ ਨੂੰ ਨਵਾਂ ਨੇਮ ਕਿਹਾ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਦੇਖੀਏ। ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯਹੋਨਾ ਨੂੰ ਇਹ ਕਹਿ ਕੇ ਕੱਲਿਆ, ਭਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹਦੇ ਮਗਰ ਜਾਇਓ ਅਤੇ ਘਰ ਦੇ ਮਾਲਕ ਨੂੰ ਕਹਿਓ, ਭਾਈ ਗੁਰੂ ਜੀ ਤੈਨੂੰ ਆਖਦਾ ਹੈ, ਉਹ ਉਤਾਰੇ ਦਾ ਤਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲੇ ਸਣੇ ਪਸਾ ਖਾਵਾਂ। ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਇਹੋ ਜਿਹਾ ਡਿੱਠਾ ਅਤੇ ਪਸਾ ਤਿਆਰ ਕੀਤੀ। ਆਓ ਅਸੀਂ ਆਇਤ 19 ਦੇਖੀਏ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਅਤੇ ਖਾਂਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ,
ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਆਪਣੀਆਂ ਸੰਤਾਨਾਂ ਨੂੰ ਪਾਪ ਅਤੇ ਮੌਤ ਦੀਆਂ ਜੰਜੀਰਾਂ ਤੋਂ ਮੁਕਤ ਕਰਨ ਲਈ ਅਤੇ ਸਵਰਗ ਦਾ ਸ਼ਾਨਦਾਰ ਰਾਹ ਖੋਲ੍ਹਣ ਲਈ ਪਰਮੇਸ਼ਵਰ ਨੇ ਨਵੇਂ ਨੇਮ ਪਸਾ ਦੇ ਦੁਆਰਾ ਆਪਣਾ ਕੀਮਤੀ ਮਾਂਸ ਅਤੇ ਲਹੂ ਦਿੱਤਾ। ਬਹੁਤ ਸਾਰੇ ਲੋਕ ਆਸਾਨੀ ਨਾਲ ਸੋਚਦੇ ਹਨ ਜਦ ਤੱਕ ਅਸੀਂ ਵਿਸ਼ਵਾਸ ਕਰੀਏ ਕਿ ਯੀਸ਼ੂ ਨੇ ਆਪਣਾ ਅਨਮੋਲ ਲਹੂ ਸਲੀਬ ਤੇ ਵਹਾਇਆ ਹੈ ਤਦ ਤੱਕ ਸਾਨੂੰ ਮਾਫ ਕੀਤਾ ਅਤੇ ਮੁਕਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਪਰ ਕੀ ਸਾਡੇ ਲਈ ਸਦੀਪਕ ਜੀਵਨ ਦਾ ਰਾਹ ਖੋਲ੍ਹਣ ਲਈ ਯੀਸ਼ੂ ਮਸੀਹ ਨੂੰ ਗਤਸਮਨੀ ਵਿੱਚ ਬਹੁਤ ਦੁੱਖ ਨਹੀਂ ਚੱਲਣਾ ਪਿਆ? ਉਹਨਾਂ ਨੇ ਕਿਹਾ, ਪਿਤਾ ਜੀ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ, ਪਰ ਫਿਰ ਵੀ ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ ਉਸ ਤਰ੍ਹਾਂ ਨਹੀਂ, ਪਰ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇ। ਉਹਨਾਂ ਦੀ ਛੋਟੀ ਜਿਹੀ ਪ੍ਰਾਰਥਨਾ ਦੇ ਦੁਆਰਾ ਅਸੀਂ ਇਸ ਗੱਲ ਦਾ ਪਤਾ ਲਗਾ ਸਕਦੇ ਹਾਂ ਕਿ ਜਦੋਂ ਪਿਤਾ ਜੀ ਧਰਤੀ ਉੱਤੇ ਆਏ ਫਿਰ ਉਹ ਕਿਸ ਤਰ੍ਹਾਂ ਦੇ ਦੁੱਖ ਅਤੇ ਪੀੜਾ ਨਾਲ ਜੂਝ ਰਹੇ ਸੀ। ਬਾਈਬਲ ਯੀਸ਼ੂ ਦੇ ਸਾਰੇ ਦੁੱਖਾਂ ਨੂੰ ਸਲੀਬ ਸ਼ਬਦ ਵਿੱਚ ਸੰਖੇਪ ਕਰਦੀ ਹੈ। ਭਾਵੇਂ ਅਸੀਂ ਸਮਝਦੇ ਹਾਂ ਕਿ ਇਸ ਧਰਤੀ ਦੀਆਂ ਚੀਜ਼ਾਂ ਸਵਰਗ ਦੀਆਂ ਚੀਜ਼ਾਂ ਦੀਆਂ ਸਿਰਫ ਨਕਲ ਅਤੇ ਪਰਛਾਵਾਂ ਹਨ, ਪਰ ਅਸੀਂ ਇਹ ਨਹੀਂ ਨਾਪ ਸਕਦੇ ਕਿ ਆਤਮਿਕ ਸੰਸਾਰ ਵਿੱਚ ਉਹਨਾਂ ਦਾ ਦੁੱਖ ਕਿੰਨਾ ਵੱਡਾ ਰਿਹਾ ਹੋਵੇਗਾ। ਆਤਮਿਕ ਸੰਸਾਰ ਵਿੱਚ ਇੰਨੇ ਵੱਡੇ ਦਰਦ ਵਿੱਚੋਂ ਲੰਘ ਕੇ ਉਹਨਾਂ ਨੇ ਆਪਣੀਆਂ ਸੰਤਾਨਾਂ ਨੂੰ ਆਜ਼ਾਦ ਕਰ ਦਿੱਤਾ। ਸਾਡੇ ਬਦਲੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਪ੍ਰਾਰਥਨਾ ਕਰਨ ਤੇ ਉਹਨਾਂ ਦੇ ਗੋਡੇ ਛਿੱਲ ਗਏ ਸੀ। ਉਹਨਾਂ ਨੂੰ ਗੁਲਗੁਤਾ ਦੀ ਪਹਾੜੀ ਉੱਤੇ ਲਹੂ ਵਹਾਉਂਦੇ ਹੋਏ ਆਪਣੇ ਮੋਢਿਆਂ ਤੇ ਇੰਨੀ ਭਾਰੀ ਸਲੀਬ ਚੁੱਕਣੀ ਪਈ ਅਤੇ ਅੰਤ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਲੀਬ ਉੱਤੇ ਕੁਰਬਾਨ ਕਰ ਦਿੱਤਾ। ਸਾਨੂੰ ਸਿਓਨ ਦੀਆਂ ਸੰਤਾਨਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ਵਰ ਨੇ ਸਾਡੇ ਲਈ ਅਜਿਹੇ ਦੁੱਖ ਦੇ ਸਮੇਂ ਨੂੰ ਸਹਿਨ ਕੀਤਾ ਹੈ। ਇਹ ਗੱਲ ਨਵੇਂ ਨੇਮ ਪਸਾਂ ਨੂੰ ਸਾਡੇ ਲਈ ਬਹੁਤ ਮਹੱਤਵਪੂਰਨ ਬਣਾਉਂਦੀ ਹੈ। ਇਸ ਤੋਂ ਇਲਾਵਾ ਇਸ ਕਰਕੇ ਵੀ ਸਾਡੇ ਪਿਤਾ ਅਤੇ ਮਾਤਾ ਜੀ ਵੀ ਜੋ ਨਵੇਂ ਨੇਮ ਪਸਾਂ ਦੀ ਅਸਲੀਅਤ ਹਨ ਸਾਡੇ ਲਈ ਬਹੁਤ ਕੀਮਤੀ ਨਹੀਂ ਹਨ। ਜਦੋਂ ਤੱਕ ਕੋਰੀਆ ਗਣਰਾਜ ਨੂੰ ਜਾਪਾਨੀ ਸਾਮਰਾਜਵਾਦ ਤੋਂ ਆਜ਼ਾਦ ਨਹੀਂ ਕੀਤਾ ਗਿਆ ਸੀ ਉਸ ਸਮੇਂ ਤੱਕ ਬਹੁਤ ਸਾਰੇ ਆਜ਼ਾਦ ਸੰਗਰਾਮੀ ਸੀ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ। ਭਾਵੇਂ ਲੋਕ ਸਤਾਏ ਗਏ ਅਤੇ ਸੋਗ ਨਾਲ ਭਰੇ ਹੋਏ ਸੀ, ਫਿਰ ਵੀ ਕੁਝ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਗੁਪਤ ਰੂਪ ਵਿੱਚ ਸੁਤੰਤਰਤਾ ਅੰਦੋਲਨ ਲਈ ਫੰਡ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਗੁਪਤ ਰੂਪ ਨਾਲ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦਾ ਸਮਰਥਨ ਕੀਤਾ। ਅਕਾਦਮਿਕ ਖੇਤਰਾਂ ਵਿੱਚੋਂ ਇਸ ਤਰ੍ਹਾਂ ਦੇ ਲੋਕ ਵੀ ਸੀ ਜਿਨ੍ਹਾਂ ਨੇ ਬਿਨਾਂ ਤੋਪਾਂ ਦੇ ਜਾਂ ਬੰਬ ਸੁੱਟੇ ਸਿੱਖਿਆ ਦੇ ਦੁਆਰਾ ਲੋਕਾਂ ਦੇ ਮਨਾਂ ਨੂੰ ਜਾਗਰੂਕ ਕੀਤਾ। ਸੁਤੰਤਰਤਾ ਅਤੇ ਆਜ਼ਾਦੀ ਲਈ ਕਿ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਨੇ 15 ਅਗਸਤ ਨੂੰ ਕੋਰੀਆ ਦੇ ਰਾਸ਼ਟਰੀ ਸੁਤੰਤਰਤਾ ਦਿਵਸ ਦੀ ਸਥਾਪਨਾ ਦਾ ਫਲ ਪੈਦਾ ਕਰਨ ਵਿੱਚ ਉਹਨਾਂ ਨੂੰ ਯੋਗ ਨਹੀਂ ਬਣਾਇਆ। ਰਾਸ਼ਟਰੀ ਸੁਤੰਤਰਤਾ ਦਿਵਸ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਅਣਡਿੱਠੀਆਂ ਕੋਸ਼ਿਸ਼ਾਂ, ਸੋਗ ਅਤੇ ਦਰਦ ਸ਼ਾਮਲ ਹਨ। ਸੁਤੰਤਰਤਾ ਅੰਦੋਲਨ ਕਰਕੇ ਪਰਿਵਾਰ ਅਲੱਗ ਹੋ ਗਏ। ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਪਿਤਾ ਮਨਚੂਰੀਆ ਲਈ ਰਵਾਨਾ ਹੋ ਗਏ, ਜਦਕਿ ਮਾਵਾਂ ਨੇ ਘਰੋਂ ਸਿਲਾਈ ਦਾ ਕੰਮ ਕਰਦੇ ਹੋਏ ਆਪਣੇ ਬੱਚਿਆਂ ਨੂੰ ਪਾਲਿਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਾਰੇ ਦੁਖਦਾਈ ਸੰਘਰਸ਼ਾਂ ਨੇ ਪਾਪ ਅਤੇ ਮੌਤ ਦੀਆਂ ਜੰਜੀਰਾਂ ਤੋਂ ਸਾਡੀ ਆਜ਼ਾਦੀ ਦੇ ਵਧੀਆ ਨਤੀਜੇ ਲਿਆਏ। ਹਾਲਾਂਕਿ ਇਸ ਨੂੰ ਸਰਲ ਤਰੀਕੇ ਨਾਲ ਨਹੀਂ ਸਮਝਾਇਆ ਜਾ ਸਕਦਾ। ਇਹਨਾਂ ਗੱਲਾਂ ਤੇ ਇੱਕ ਵਾਰ ਫਿਰ ਵਿਚਾਰ ਕਰਦੇ ਹੋਏ ਆਓ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤੱਕ ਪਾਪਾਂ ਦੀ ਮਾਫੀ ਦੀ ਕਿਰਪਾ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ। ਅਜਿਹਾ ਕਰਕੇ ਸਾਨੂੰ ਪਰਮੇਸ਼ਵਰ ਦੀ ਇਸ ਪਵਿੱਤਰ ਇੱਛਾ ਨੂੰ ਪੂਰਾ ਕਰਨਾ ਚਾਹੀਦਾ ਹੈ ਕਿ ਜੋ ਤੁਹਾਡੇ ਕੋਲ ਹੈ ਇਸ ਨੂੰ ਫੜੀ ਰੱਖੋ ਤਾਂ ਜੋ ਕੋਈ ਤੁਹਾਡਾ ਤਾਜ ਨਾ ਖੋ ਸਕੇ। ਯੀਸ਼ੂ ਨੇ ਲੂਕਾ ਅਧਿਆਇ 22 ਵਿੱਚ ਕਿਹਾ, ਇਹ ਪਿਆਲਾ ਮੇਰੇ ਲਹੂ ਵਿੱਚ ਤੁਹਾਡੇ ਲਈ ਜੋ ਵਹਾਇਆ ਗਿਆ ਹੈ ਨਵਾਂ ਨੇਮ ਹੈ। ਅਸਲ 'ਚ ਉਹਨਾਂ ਦੇ ਕਹਿਣ ਦਾ ਮਤਲਬ ਸੀ ਤੁਹਾਨੂੰ ਇਸ ਸੌਖੇ ਰਸਤੇ ਤੇ ਤੁਰਨ ਦੇਣ ਲਈ ਮੈਨੂੰ ਤੁਹਾਡੇ ਅੱਗੇ ਤੁਰਨਾ ਪਿਆ ਅਤੇ ਇਸ ਨੂੰ ਪੱਧਰਾ ਬਣਾਉਣਾ ਪਿਆ। ਭਾਵੇਂ ਇਹ ਮੇਰੇ ਲਈ ਕਦੇ ਸੌਖਾ ਨਹੀਂ ਸੀ, ਉਸ ਦਾ ਅਰਥ ਇਹ ਵੀ ਸੀ ਮੈਂ ਤੁਹਾਡੇ ਲਈ ਸਾਰੇ ਰਸਤੇ ਤਿਆਰ ਕੀਤੇ ਹਨ ਅਤੇ ਉਹਨਾਂ ਨੂੰ ਪੱਧਰਾ ਕਰ ਦਿੱਤਾ ਹੈ। ਪਰਮੇਸ਼ਵਰ ਦੁਆਰਾ ਸਾਨੂੰ ਦਿੱਤਾ ਗਿਆ ਰਸਤਾ ਹੀ ਸਾਡੀ ਕਿਸਮਤ ਹੈ। ਇਸ ਰਾਹ ਤੇ ਪਿਤਾ ਅਤੇ ਮਾਤਾ ਜੀ ਚੱਲੇ, ਇਸ ਲਈ ਕਿ ਹੁਣ ਸਾਨੂੰ ਵੀ ਇਸ ਰਾਹ ਤੇ ਨਹੀਂ ਚੱਲਣਾ ਚਾਹੀਦਾ।
ਆਓ ਅਸੀਂ ਇਰਮੀਆ ਦੇ 31 ਵਚਨ 31 ਦੇਖੀਏ। ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਂਦੜ ਸਾਂ। ਯਹੋਵਾ ਦਾ ਵਾਕ ਹੈ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਉਹ ਫਿਰ ਕਦੇ ਹਰੇਕ ਆਪਣੇ ਗੁਆਂਢੀ ਨੂੰ ਅਤੇ ਆਪਣੇ ਹਰੇਕ ਭਰਾ ਨੂੰ ਨਾ ਸਿਖਲਾਏਗਾ। ਭਾਈ ਯਹੋਵਾ ਨੂੰ ਜਾਣੋ ਕਿ ਜੋ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ ਕਿ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ, ਕਿਉਂਕਿ ਮੈਂ ਉਹਨਾਂ ਦੇ ਪਾਪ ਮਾਫ ਕਰਾਂਗਾ। ਮਤਲਬ ਮੈਂ ਉਹਨਾਂ ਨੂੰ ਪਾਪ ਤੋਂ ਮੁਕਤ ਕਰਾਂਗਾ। ਉਹ ਜਿਹੜਾ ਸਾਨੂੰ ਪਾਪ ਤੋਂ ਮੁਕਤ ਕਰਦਾ ਹੈ ਪਰਮੇਸ਼ਵਰ ਹੈ, ਜਿਨ੍ਹਾਂ ਨੇ ਇੱਥੇ ਮੈਂ ਕਿਹਾ ਕਿ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਸਵਰਗ ਦੇ ਰਾਜ ਵਿੱਚ ਪਾਪੀ ਹੋਣ ਦੇ ਨਾਤੇ ਸਾਨੂੰ ਇਸ ਧਰਤੀ ਉੱਤੇ ਸੁੱਟ ਦਿੱਤਾ ਗਿਆ ਸਵਰਗ ਦਾ ਰਾਹ ਪੱਧਰਾ ਕਰਨ ਲਈ, ਤਾਂ ਜੋ ਸਾਨੂੰ ਪਾਪੀਆਂ ਨੂੰ ਬਚਾਇਆ ਜਾ ਸਕੇ। ਪਿਤਾ ਜੀ ਨੇ ਇਕੱਲੇ ਜੋ ਯਤਨ ਕੀਤੇ ਉਹ ਮਹਾਨ ਹਨ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹੁਣ ਅਸੀਂ ਜਿਸ ਰਾਹ ਤੇ ਚੱਲ ਰਹੇ ਹਾਂ ਉਹ ਪਿਤਾ ਜੀ ਦੀ ਕੁਰਬਾਨੀ ਅਤੇ ਮਾਤਾ ਜੀ ਦੇ ਯਤਨਾਂ ਨਾਲ ਬਣਿਆ ਹੈ। ਸਿਰਫ ਇਸ ਲਈ ਕਿਉਂਕਿ ਉਹ ਪਰਮੇਸ਼ਵਰ ਹਨ ਅਤੇ ਕਿਹਾ ਪਾਪਾਂ ਦੀ ਮਾਫੀ ਪ੍ਰਾਪਤ ਕਰੋ। ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸ਼ਬਦ ਆਸਾਨੀ ਨਾਲ ਪੂਰੇ ਹੋ ਸਕਦੇ ਹਨ? ਰਿਹਾਈ ਦੀ ਭੂਮਿਕਾ ਉਸ ਦੇ ਦੁਆਰਾ ਨਿਭਾਈ ਜਾਂਦੀ ਹੈ ਜੋ ਕਹਿੰਦਾ ਹੈ ਮੈਂ ਪਾਪ ਕਰਨ ਵਾਲਿਆਂ ਦੀ ਬਜਾਏ ਪਾਪਾਂ ਦੀ ਸਜ਼ਾ ਉਠਾਵਾਂਗਾ। ਪੁਰਾਣੇ ਨੇਮ ਦੇ ਸਮੇਂ ਵਿੱਚ ਅਣਗਿਣਤ ਭੇਡਾਂ, ਬੱਕਰੀਆਂ ਅਤੇ ਬਲਦਾਂ ਨੂੰ ਪਾਪ ਦੀ ਭੇਟ ਵਜੋਂ ਬਲੀ ਚੜਾਇਆ ਜਾਂਦਾ ਸੀ। ਜਦੋਂ ਉਹਨਾਂ ਨੂੰ ਬਲੀ ਚੜਾਉਣ ਵਾਲੀ ਜਗ੍ਹਾ ਵਿੱਚ ਘਸੀਟਿਆ ਜਾਂਦਾ, ਇਸ ਲਈ ਉਹ ਪਹਿਲਾਂ ਹੀ ਮਹਿਸੂਸ ਕਰ ਸਕਦੇ ਸੀ ਕਿ ਉਹਨਾਂ ਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ। ਉਹ ਮੌਤ ਦੀ ਮਹਿਕ ਨੂੰ ਆਸਾਨੀ ਨਾਲ ਪਛਾਣ ਸਕਦੇ ਸੀ। ਕਿ ਤੁਸੀਂ ਕਦੇ ਇੱਕ ਬਲਦ ਨੂੰ ਉਸ ਦੀਆਂ ਦੋ ਵੱਡੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਹੋਏ ਵੇਖੇ ਹਨ? ਭੇਡਾਂ ਅਤੇ ਬੱਕਰੀਆਂ ਵੀ ਇਸ ਤਰ੍ਹਾਂ ਹੀ ਕਰਦੀਆਂ ਹਨ। ਆਪਣੇ ਜੀਵਨ ਲਈ ਲੜਦੇ ਹੋਏ ਉਹ ਆਪਣੇ ਪੈਰ ਜਮਾਏ ਰੱਖਦੇ ਹਨ। ਭਾਵੇਂ ਕੋਈ ਜਾਨਵਰ ਜਿਉਣ ਲਈ ਕਿੰਨੀ ਕੋਸ਼ਿਸ਼ ਕਿਉਂ ਨਾ ਕਰਦਾ ਹੋਵੇ, ਅੰਤ ਵਿੱਚ ਇੱਕ ਪਾਪੀ ਦੇ ਬਦਲੇ ਇੱਕ ਭੇਡ ਜਾਂ ਬੱਕਰੀ ਦੀ ਬਲੀ ਦਿੱਤੀ ਜਾਂਦੀ ਸੀ। ਜੇ ਅਸੀਂ ਉਸ ਮਹਾਨ ਦਰਦ ਨੂੰ ਵੇਖਦੇ ਹਾਂ ਜੋ ਨਵੇਂ ਨੇਮ ਲਈ ਰਾਹ ਖੋਲ੍ਹਣ ਕਰਕੇ ਜ਼ਰੂਰੀ ਸੀ, ਤਾਂ ਸਾਨੂੰ ਇਹਨਾਂ ਸ਼ਬਦਾਂ ਨੂੰ ਕਦੇ ਵੀ ਹਲਕੇ 'ਚ ਨਹੀਂ ਲੈਣਾ ਚਾਹੀਦਾ। ਪਰਮੇਸ਼ਵਰ ਨੇ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰ ਦਿੱਤਾ। ਸਾਨੂੰ ਹਮੇਸ਼ਾ ਆਪਣੇ ਆਪ ਨੂੰ ਪਰਮੇਸ਼ਵਰ ਦੀ ਇਸ ਵਿਸ਼ਾਲ ਕਿਰਪਾ ਅਤੇ ਪਿਆਰ ਦੀ ਯਾਦ ਕਰਾਉਣੀ ਚਾਹੀਦੀ ਹੈ ਜਿਸ ਨੇ ਸਾਨੂੰ ਆਜ਼ਾਦ ਕੀਤਾ ਹੈ। ਇਸ ਤੋਂ ਇਲਾਵਾ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਉਸ ਪਰਮੇਸ਼ਵਰ ਨੇ ਆਪਣੇ ਪਿਆਰ ਅਤੇ ਕੁਰਬਾਨੀ ਦੇ ਦੁਆਰਾ ਨਵੇਂ ਨੇਮ ਦੀ ਸੱਚਾਈ ਸਥਾਪਿਤ ਕੀਤੀ। ਇਸ ਲਈ ਇਰਮੀਆ ਦੇ 31 ਵਚਨ 34 ਕਹਿੰਦਾ ਹੈ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਉਹ ਜਿਹੜੀ ਸਾਡੀ ਦੁਸ਼ਟਤਾ ਨੂੰ ਮਾਫ ਕਰਦੇ ਹਨ ਅਤੇ ਉਹ ਜਿਹੜੇ ਕਹਿੰਦੇ ਹਨ ਮੈਂ ਉਹਨਾਂ ਦੇ ਪਾਪਾਂ ਨੂੰ ਫਿਰ ਯਾਦ ਨਹੀਂ ਕਰਾਂਗਾ, ਕਿ ਉਹ ਉਹੀ ਪਰਮੇਸ਼ਵਰ ਨਹੀਂ ਹਨ। ਸਿਰਫ ਪਰਮੇਸ਼ਵਰ ਕੋਲ ਹੀ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਆਜ਼ਾਦ ਕਰਨ ਦਾ ਅਧਿਕਾਰ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 11 ਨੂੰ ਦੇਖੀਏ। ਪਰ ਜਦ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ, ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ, ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ, ਉਹ ਬੱਕਰਿਆਂ ਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ। ਆਇਤ 13, ਕਿਉਂਕਿ ਜੇ ਬੱਕਰਿਆਂ ਤੇ ਵਹਿਕੜਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ, ਤਾਂ ਕਿੰਨਾ ਹੀ ਵਧੇਕ ਮਸੀਹ ਦਾ ਲਹੂ ਜਿਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਵਰ ਦੇ ਅੱਗੇ ਚੜਾਇਆ, ਤੁਹਾਡੇ ਅੰਤःਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ। ਭਾਈ ਤੁਸੀਂ ਜਿਉਂਦੇ ਪਰਮੇਸ਼ਵਰ ਦੀ ਉਪਾਸਨਾ ਕਰੋ। ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ
ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਪਰਮੇਸ਼ਵਰ ਨੇ ਆਪਣੀਆਂ ਸੰਤਾਨਾਂ ਲਈ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਛੱਡੀਆਂ, ਉਜਾੜ ਅਤੇ ਇਕੱਲੇ ਜੰਗਲ ਦੇ ਰਸਤੇ ਨੂੰ ਫੈਲਾਇਆ ਤਾਂ ਜੋ ਉਹ ਉਸ ਰਸਤੇ ਤੇ ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਚੱਲ ਸਕਣ। ਮੰਨ ਲਓ ਕਿ ਕੋਈ ਸੰਘਣੇ ਜੰਗਲ ਵਿੱਚੋਂ ਲੰਘਦਾ ਹੈ। ਜਿਹੜੇ ਲੋਕ ਰਸਤੇ ਤੇ ਚੱਲਦੇ ਹਨ ਉਹਨਾਂ ਨੂੰ ਕਦੀ ਇਹ ਅਹਿਸਾਸ ਨਹੀਂ ਹੋਵੇਗਾ ਕਿ ਇੱਕ ਵਿਅਕਤੀ ਸੀ ਜਿਸ ਨੇ ਉਸ ਰਸਤੇ ਨੂੰ ਬਣਾਉਣ ਲਈ ਦਿਨ ਰਾਤ ਰੁੱਖ ਕੱਟਣ ਦਾ ਕੰਮ ਕੀਤਾ। ਉਹ ਆਸਾਨੀ ਨਾਲ ਉਸ ਰਸਤੇ ਦੀ ਵਰਤੋਂ ਕਰਦੇ ਹੋਏ ਕਹਿੰਦੇ ਹਨ, ਉਹ ਇਹ ਕਿੰਨੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਇਹ ਵਧੀਆ ਰਾਹ ਇੱਥੇ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੰਘਣੇ ਜੰਗਲ ਦਾ ਰਸਤਾ ਕਿਸੇ ਦੁਆਰਾ ਬਣਾਇਆ ਗਿਆ ਸੀ, ਭਾਵੇਂ ਉਹਨਾਂ ਕੋਲ ਇਸ ਤਰ੍ਹਾਂ ਕਰਨ ਲਈ ਸਹੀ ਸਾਧਨ ਵੀ ਨਹੀਂ ਸੀ। ਅਸੀਂ ਅਕਸਰ ਆਤਮਿਕ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਇਦਾਂ ਇਸ ਲਈ ਹੈ ਕਿਉਂਕਿ ਜਿਸ ਰਸਤੇ ਤੇ ਅਸੀਂ ਤੁਰ ਰਹੇ ਹਾਂ ਉਹ ਆਰਾਮਦਾਇਕ ਹੈ ਤੇ ਕੋਈ ਮੁਸ਼ਕਲ ਨਹੀਂ ਹੈ। ਜੇ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ ਕਿ ਕਿਸ ਨੇ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਦ ਅਸੀਂ ਸੱਚਮੁੱਚ ਸਮਝ ਸਕਦੇ ਹਾਂ ਕਿ ਸਾਨੂੰ ਹਮੇਸ਼ਾ ਖੁਸ਼ ਕਿਉਂ ਰਹਿਣਾ ਚਾਹੀਦਾ ਹੈ ਅਤੇ ਹਰ ਹਾਲ ਵਿੱਚ ਧੰਨਵਾਦ ਕਿਉਂ ਦੇਣਾ ਚਾਹੀਦਾ ਹੈ। ਇਸ ਭਾਵਨਾ ਨੂੰ ਪ੍ਰਾਪਤ ਕਰਨ ਨਾਲ ਅਸੀਂ ਕਿਸੇ ਵੀ ਚੀਜ਼ ਬਾਰੇ ਸ਼ਿਕਾਇਤ, ਝਗੜਾ ਜਾਂ ਬਹਿਸ ਨਹੀਂ ਕਰਾਂਗੇ। ਜੇ ਪਰਮੇਸ਼ਵਰ ਨੇ ਸਾਡੇ ਲਈ ਰਸਤਾ ਨਾ ਬਣਾਇਆ ਹੁੰਦਾ ਫਿਰ ਅਸੀਂ ਕਦੇ ਵੀ ਇਹ ਨਹੀਂ ਜਾਣ ਸਕਦੇ ਸੀ ਸਾਨੂੰ ਨਵੇਂ ਨੇਮ ਦੀ ਸੱਚਾਈ, ਪਸਾ, ਸ਼ਨੀਵਾਰ ਨੂੰ ਸਬਤ ਕਿਉਂ ਮਨਾਉਣਾ ਚਾਹੀਦਾ ਹੈ, ਕਿ ਸਾਨੂੰ ਸਲੀਬ ਦੀ ਪੂਜਾ ਕਿਉਂ ਨਹੀਂ ਕਰਨੀ ਚਾਹੀਦੀ। ਭਾਵੇਂ ਪਿਤਾ ਜੀ ਲਈ ਇਸ ਧਰਤੀ ਤੇ ਆਉਣਾ ਇੱਕ ਮਹਾਨ ਕੁਰਬਾਨੀ ਸੀ, ਪਰ ਇਹ ਸਾਡੇ ਲਈ ਰਸਤਾ ਖੋਲ੍ਹਣ ਅਤੇ ਉਸ ਨੂੰ ਪੱਧਰਾ ਕਰਨ ਲਈ ਇੱਕ ਵਾਰ ਫਿਰ ਆਏ। ਸਾਡੀ ਸਵਰਗੀ ਮਾਤਾ ਜੀ ਵੀ ਅੰਤ ਤੱਕ ਆਪਣੀਆਂ ਪਿਆਰੀਆਂ ਸੰਤਾਨਾਂ ਨਾਲ ਰਹਿਣ ਲਈ ਇਹ ਕਹਿੰਦੇ ਹੋਏ ਸਾਡੀ ਖੁਸ਼ਖਬਰੀ ਦੇ ਰਾਹ ਵੱਲ ਅਗਵਾਈ ਕਰਦੇ ਹਨ, ਤੁਸੀਂ ਮੇਰਾ ਸਭ ਕੁਝ ਹੋ ਅਤੇ ਮੇਰੀ ਇੱਕੋ ਇੱਕ ਚਿੰਤਾ ਹੈ। ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਪਿਤਾ ਅਤੇ ਮਾਤਾ ਜੀ ਦੇ ਇਸ ਤਰ੍ਹਾਂ ਦੇ ਬੇਅੰਤ ਪਿਆਰ ਦੁਆਰਾ ਪਾਪ ਅਤੇ ਮੌਤ ਦੀਆਂ ਜੰਜੀਰਾਂ ਤੋਂ ਮੁਕਤ ਹੋ ਗਏ ਹਾਂ। ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 27 ਵੇਖੀਏ। ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਤਾਂ ਉਹਦੇ ਪਿੱਛੋਂ ਨਿਆਂ ਹੁੰਦਾ ਹੈ, ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪ੍ਰਗਟ ਹੋਵੇਗਾ। ਇੱਥੇ ਇਹ ਵੀ ਲਿਖਿਆ ਹੈ ਕਿ ਉਹਨਾਂ ਨੇ ਧਰਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਪਾਪ ਚੁੱਕੇ। ਜੇ ਉਹਨਾਂ ਨੇ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ ਅਸੀਂ ਅੱਜ ਇੱਥੇ ਨਾ ਹੁੰਦੇ। ਅਸੀਂ ਦੁਨੀਆ ਦੇ ਲੋਕਾਂ ਵਾਂਗੂ ਰਹਿੰਦੇ ਹਾਂ ਜਿਹੜੇ ਸਿਰਫ ਖਾਂਦੇ ਪੀਂਦੇ ਹਨ ਅਤੇ ਅੰਤ ਵਿੱਚ 60, 70 ਜਾਂ 80 ਸਾਲਾਂ ਬਾਅਦ ਇਸ ਧਰਤੀ ਨੂੰ ਛੱਡ ਦੇਣਗੇ ਅਤੇ ਨਿਆਂ ਲਈ ਪਰਮੇਸ਼ਵਰ ਦੇ ਤਖਤ ਅੱਗੇ ਖੜੇ ਹੋਣਗੇ। ਪਰ ਸਾਨੂੰ ਬਚਾਉਣ ਲਈ ਪਰਮੇਸ਼ਵਰ ਦੂਜੀ ਵਾਰ ਧਰਤੀ ਤੇ ਆਏ। ਇਹ ਵਧੀਆ ਅਤੇ ਸ਼ਾਨਦਾਰ ਖਬਰ ਸਿਰਫ ਉਹਨਾਂ ਦੀ ਸੰਤਾਨ ਨੂੰ ਦਿੱਤੀ ਗਈ ਸੀ। ਆਓ ਅਸੀਂ ਇਬਰਾਨੀਆਂ ਅਧਿਆਇ 10 ਵਚਨ 9 ਵੇਖੀਏ। ਤਦ ਉਹਨਾਂ ਆਖਿਆ, ਵੇਖ ਮੈਂ ਤੇਰੀ ਇੱਛਿਆਂ ਨੂੰ ਪੂਰਾ ਕਰਨ ਆਇਆ ਹਾਂ। ਉਹ ਪਹਿਲੇ ਨੂੰ ਹਟਾਉਂਦਾ ਹੈ ਭਾਈ ਦੂਏ ਨੂੰ ਕਾਇਮ ਕਰੇ ਅਤੇ ਉਸੇ ਇੱਛਾ ਕਰਕੇ ਅਸੀਂ ਯੀਸ਼ੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਚੜਾਏ ਜਾਣ ਦੇ ਰਾਹੀਂ ਕੀ ਪਵਿੱਤਰ ਕੀਤੇ ਗਏ ਹਾਂ। ਇਸ ਦੇ ਯੋਗ ਬਣਨ ਲਈ ਅਸੀਂ ਕੁਝ ਨਹੀਂ ਕੀਤਾ, ਅਸੀਂ ਸਿਰਫ ਪਰਮੇਸ਼ਵਰ ਦੀਆਂ ਸਿੱਖਿਆਵਾਂ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਸਾਨੂੰ ਦਿੱਤੇ ਗਏ ਰਾਹ ਤੇ ਚੱਲਦੇ ਹਾਂ। ਸਾਨੂੰ ਛਡਾਉਣ ਲਈ ਆਪਣੇ ਆਪ ਨੂੰ ਪਾਪ ਦੀ ਭੇਂਟ ਦੇ ਰੂਪ ਵਿੱਚ ਕੁਰਬਾਨ ਕਰਕੇ ਪਰਮੇਸ਼ਵਰ ਨੇ ਸਾਨੂੰ ਪਵਿੱਤਰ ਹੋਣ ਲਈ ਧੰਨਵਾਦੀ ਮੌਕੇ ਦੀ ਆਗਿਆ ਦਿੱਤੀ ਹੈ। ਆਓ ਅਸੀਂ ਆਇਤ 11 ਵੇਖੀਏ। ਅਤੇ ਹਰ ਇੱਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਜਾ ਨਹੀਂ ਸਕਦੇ ਵਾਰ-ਵਾਰ ਚੜਾਉਂਦਾ ਹੈ। ਪੁਰਾਣੇ ਨੇਮ ਵਿੱਚ ਮੂਸਾ ਦੀ ਵਿਵਸਥਾ ਦੇ ਦੁਆਰਾ ਪਾਪਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਆਓ ਅਸੀਂ ਆਇਤ 12 ਦੇ ਨਾਲ ਜਾਰੀ ਰੱਖੀਏ। ਪਰ ਇਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜਾ ਕੇ ਪਰਮੇਸ਼ਵਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।
ਅਤੇ ਦੋ ਅੱਗੇ ਉਡੀਕ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੱਕੀ ਕੀਤੇ ਜਾਣ, ਕਿਉਂ ਜੋ ਉਹਨਾਂ ਨੇ ਇੱਕੋ ਪੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ। ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ ਕਿ ਉਹ ਜੋ ਇਹਦੇ ਮਗਰੋਂ ਜਦ ਆਖਿਆ ਸੀ ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ, ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਹਿਰਦਿਆਂ ਉੱਤੇ ਪਾਵਾਂਗਾ ਅਤੇ ਉਹਨਾਂ ਦੇ ਮਨਾਂ ਉੱਤੇ ਉਹਨਾਂ ਨੂੰ ਲਿਖਾਂਗਾ। ਇਹ ਕਿਹੜੇ ਵਚਨ ਵਿੱਚ ਦਿਖਾਈ ਦਿੰਦਾ ਹੈ? ਇਹ ਇਰਮੀਆ ਅਧਿਆਇ 31 ਵਿੱਚ ਦਿਖਾਈ ਦਿੰਦਾ ਹੈ। ਪਰਮੇਸ਼ਵਰ ਨੇ ਇਹ ਉਦੋਂ ਕਿਹਾ ਜਦੋਂ ਉਹਨਾਂ ਨੇ ਨਵਾਂ ਨੇਮ ਸਥਾਪਿਤ ਕੀਤਾ। ਨਵੇਂ ਨੇਮ ਦੀ ਸੱਚਾਈ ਦੁਆਰਾ ਪਰਮੇਸ਼ਵਰ ਨੇ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕੀਤਾ। ਉਹ ਸਾਨੂੰ ਬਚਾਉਣ ਲਈ ਦੂਜੀ ਵਾਰ ਧਰਤੀ ਤੇ ਆਏ। ਇਸੇ ਤਰ੍ਹਾਂ ਐਲੋਹਿਮ ਪਰਮੇਸ਼ਵਰ ਨੇ ਸਾਡੀ ਨਵੇਂ ਨੇਮ ਦੀ ਸੱਚਾਈ ਵੱਲ ਅਗਵਾਈ ਕੀਤੀ ਅਤੇ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕੀਤਾ। ਸਾਰੀ ਮਨੁੱਖ ਜਾਤੀ ਨੂੰ ਕਿਸ ਦੇ ਕੋਲ ਜਾਣਾ ਚਾਹੀਦਾ ਹੈ? ਉਹਨਾਂ ਸਾਰਿਆਂ ਨੂੰ ਆਤਮਾ ਤੇ ਲਾੜੀ ਦੇ ਕੋਲ ਜਾਣਾ ਚਾਹੀਦਾ ਹੈ ਜੋ ਸਾਡੇ ਪਿਤਾ ਅਤੇ ਮਾਤਾ ਜੀ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਵਿੱਚ ਇੱਕ ਹੋਰ ਵਚਨ ਦੇਖੀਏ। ਆਤਮਾ ਤੇ ਲਾੜੀ ਆਖਦੀ ਹੈ ਆਓ, ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਹੁਣ ਅਸੀਂ ਜਾਣ ਗਏ ਹਾਂ ਕਿ ਆਤਮਾ ਤੇ ਲਾੜੀ ਹੀ ਉਹ ਹਨ ਜੋ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਦੇ ਹਨ। ਉਹ ਸਾਡੇ ਲਈ ਮਰਨ ਲਈ ਵੀ ਨਹੀਂ ਘਬਰਾਏ। ਪੁਰਾਣੇ ਨੇਮ ਵਿੱਚ ਇਜ਼ਰਾਈਲੀਆਂ ਨੇ ਲੰਬੇ ਸਮੇਂ ਤੱਕ ਹਰ ਦਿਨ ਕੁਰਬਾਨੀ ਨੂੰ ਚੜਾਇਆ। ਲੋਕਾਂ ਦੇ ਪਾਪਾਂ ਲਈ ਬਹੁਤ ਸਾਰੀਆਂ ਭੇਡਾਂ, ਬੱਕਰੀਆਂ ਅਤੇ ਬਲਦ ਦੀ ਕੁਰਬਾਨੀ ਦਿੱਤੀ ਗਈ ਸੀ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਕੁਰਬਾਨੀਆਂ ਦੀ ਅਸਲੀਅਤ ਕੌਣ ਹੈ। ਫਿਰ ਸਾਨੂੰ ਉਹਨਾਂ ਦੀਆਂ ਆਵਾਜ਼ਾਂ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਉਹਨਾਂ ਕੋਲ ਦੌੜ ਜਾਣਾ ਚਾਹੀਦਾ ਹੈ। ਇਹ ਤੁਸੀਂ ਪਿਤਾ ਅਤੇ ਮਾਤਾ ਜੀ ਸੀ। ਮੈਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਨ ਲਈ ਤੁਹਾਨੂੰ ਇੰਨਾ ਦੁੱਖ ਸਹਿਣਾ ਪਿਆ ਹੈ। ਭਰਾਵੋ ਅਤੇ ਭੈਣੋ, ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਜਾਨਵਰ ਹੈ ਜੋ ਕੁਰਬਾਨ ਹੋਣਾ ਚਾਹੀਦਾ ਹੈ? ਭਾਵੇਂ ਉਹ ਜਾਨਵਰ ਹੋਵੇ ਜਾਂ ਮਨੁੱਖ, ਕੋਈ ਵੀ ਮਰਨਾ ਨਹੀਂ ਚਾਹੁੰਦਾ। ਫਿਰ ਵੀ ਹਰ ਦਿਨ ਉਹਨਾਂ ਨੂੰ ਕਸਾਈ ਦੀ ਜਗ੍ਹਾ ਵਿੱਚ ਘਸੀਟਿਆ ਗਿਆ। ਕਿਸ ਦੇ ਲਈ? ਪਾਪੀਆਂ ਲਈ। ਪਾਪੀਆਂ ਨੂੰ ਛਡਾਉਣ ਲਈ ਉਹਨਾਂ ਨੂੰ ਪਾਪ ਬਲੀ ਦੇ ਰੂਪ ਵਿੱਚ ਕੁਰਬਾਨ ਹੋਣਾ ਪਿਆ। ਪਿਤਾ ਅਤੇ ਮਾਤਾ ਜੀ ਨੂੰ ਹਰ ਰੋਜ਼ ਇਹ ਦੁੱਖ ਸਹਿਣ ਕਰਨਾ ਪਿਆ। ਕਿਸ ਦੇ ਲਈ? ਸਾਡੇ ਲਈ। ਇਸ ਤਰ੍ਹਾਂ ਉਹਨਾਂ ਨੇ ਨਵਾਂ ਨੇਮ ਸਥਾਪਿਤ ਕੀਤਾ। ਬਾਈਬਲ ਦੇ ਦੁਆਰਾ ਕੀ ਅਸੀਂ ਇਹ ਮਹਿਸੂਸ ਨਹੀਂ ਕਰ ਸਕਦੇ ਕਿ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਪਾਪ ਅਤੇ ਮੌਤ ਤੋਂ ਮੁਕਤ ਕਰਨ ਲਈ ਕਿੰਨਾ ਦੁੱਖ ਝੇਲਿਆ? ਹੁਣ ਸਾਨੂੰ ਪਿਤਾ ਅਤੇ ਮਾਤਾ ਜੀ ਦੀਆਂ ਆਵਾਜ਼ਾਂ ਨੂੰ ਸੁਣ ਕੇ ਅਤੇ ਆਤਮਾ ਤੇ ਲਾੜੀ ਦੇ ਕੋਲ ਆ ਕੇ ਆਪਣੇ ਬੱਚਿਆਂ ਵਰਗੇ ਵਿਸ਼ਵਾਸ ਨੂੰ ਸੁੱਟ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਸਿਆਣਾ ਵਿਸ਼ਵਾਸ ਰੱਖ ਸਕੀਏ। ਆਓ ਅਸੀਂ ਇੱਕ ਦੂਜੇ ਨਾਲ ਪਿਆਰ ਸਾਂਝਾ ਕਰੀਏ ਅਤੇ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ ਤਾਂ ਜੋ ਕੋਈ ਵੀ ਸ਼ੈਤਾਨ ਦੁਆਰਾ ਹਾਰ ਨਾ ਜਾਵੇ ਅਤੇ ਪਰਤਾਵੇ ਵਿੱਚ ਨਾ ਪਵੇ। ਜਦੋਂ ਕੋਈ ਧਰਮ ਦੇ ਰਾਹ ਵੱਲ ਜਾਂਦਾ ਹੈ, ਫਿਰ ਆਓ ਅਸੀਂ ਇਕੱਠੇ ਆਨੰਦ ਕਰੀਏ ਅਤੇ ਆਓ ਅਸੀਂ ਸਵਰਗ ਦੇ ਰਾਜ ਵੱਲ ਹੱਥਾਂ ਵਿੱਚ ਹੱਥ ਪਾ ਕੇ ਖੁਸ਼ਖਬਰੀ ਦੇ ਰਾਹ ਤੇ ਚੱਲੀਏ ਕਿ ਇਹ ਸਾਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਮੁਕਤ ਕਰਨ ਦੀ ਪਿਤਾ ਅਤੇ ਮਾਤਾ ਜੀ ਦੀ ਇੱਛਾ ਨਹੀਂ ਹੈ। ਜਿਵੇਂ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਰੱਖੋ। ਸਾਰੇ ਲੋਕੋ, ਪਰਮੇਸ਼ਵਰ ਨੇ ਸਾਨੂੰ ਕਿੰਨਾ ਪਿਆਰ ਕੀਤਾ ਹੈ ਕਿ ਸਾਨੂੰ ਆਪਣੇ ਸਵਰਗੀ ਪਰਿਵਾਰ ਦੇ ਮੈਂਬਰਾਂ ਨਾਲ ਉਸੇ ਤਰ੍ਹਾਂ ਪਿਆਰ ਨਹੀਂ ਕਰਨਾ ਚਾਹੀਦਾ। ਉਮੀਦ ਕਰਦੇ ਹੋਏ ਕਿ ਸਾਡੇ ਸਾਰੇ ਸਿਓਨ ਦੇ ਪਰਿਵਾਰ ਦੇ ਮੈਂਬਰ ਮੁਕਤੀ ਪ੍ਰਾਪਤ ਕਰਨ ਵਿੱਚ, ਭਾਈਚਾਰੇ ਦੇ ਪਿਆਰ ਨੂੰ ਸਾਂਝਾ ਕਰਨ 'ਚ ਅਤੇ ਸਦੀਪਕ ਸਵਰਗ ਦੇ ਰਾਜ ਵਿੱਚ ਦਾਖਲ ਹੋਣ ਦੇ ਯੋਗ ਹੋਣਗੇ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।